ਸਤਿ ਸ੍ਰੀ ਅਕਾਲ। ਅੱਜ ਦੇ ਐਪੀਸੋਡ ਅਨੁਸਾਰ ਪਿਛਲੇ ਐਪੀਸੋਡ ਦੇ ਵਿੱਚ ਅਸੀਂ ਤਣਾਅ ਤੋਂ ਮੁਕਤੀ ਪ੍ਰਾਪਤ ਕਰਨ ਲਈ ਕੁਝ ਰਿਲੈਕਸੇਸ਼ਨ ਟੈਕਨੀਕ, ਆਪਣੇ ਦਿਮਾਗ ਨੂੰ ਠੰਡਾ ਰੱਖਣਾ ਔਰ ਵਿਚਾਰਾਂ ਨੂੰ ਪੋਜ਼ਿਟਿਵ ਲੈ ਕੇ ਆਉਣਾ ਔਰ ਕੁਝ ਤਰੀਕੇ ਸਮਝਾਏ ਗਏ ਤਾਂ ਅਸੀਂ ਉਹਨਾਂ ਨੂੰ ਜੀਵਨ ਵਿੱਚ ਲੈ ਕੇ ਆਏ। ਕੋਈ ਵੀ ਪਰਿਸਥਿਤੀ ਔਰ ਬਾਹਰੀ ਕੋਈ ਵੀ ਘਟਨਾ ਦੇ ਅਸੀਂ ਕੰਟਰੋਲ ਨਹੀਂ ਕਰ ਸਕਦੇ। ਉਹ ਸਾਡੇ ਉੱਤੇ ਅਗਰ ਉਸ ਦਾ ਇਫੈਕਟ ਹੁੰਦਾ ਹੈ ਤਾਂ ਅਸੀਂ ਆਪਣੇ ਮਨ ਦੀ ਸ਼ਕਤੀ ਨੂੰ ਵਧਾਉਣ ਦਾ ਹੀ ਕਾਰਜ ਕਰ ਸਕਦੇ ਹਾਂ। ਵਿਗਿਆਨ ਦੇ ਬਲਿਹਾਰੀ ਹੈ ਕਿ ਉਹਨਾਂ ਨੇ ਪਿਛਲੇ 50 ਵਰਸ਼ਾਂ ਤੋਂ ਲੈ ਕੇ ਜੋ ਉન્નਤੀ ਕੀਤੀ ਹੈ ਔਰ ਵਰਤਮਾਨ ਸਮੇਂ ਵਿਗਿਆਨ ਨੇ ਅਧਿਆਤਮ ਨਾਲ ਹੱਥ ਮਿਲਾਇਆ ਔਰ ਦੋਨੋਂ ਦਾ ਬੈਲੈਂਸ ਸਾਨੂੰ ਜਲਦੀ ਹੀ ਮੁਕਤੀ ਦਿਲਾਏਗਾ। ਪਿਛਲੀ ਕੜੀ ਵਿੱਚ ਆਪਾਂ ਦੇਖਿਆ ਸੀ ਕਿ 3 ਕਿਸਮ ਦੀ ਸੀ ਹੈ। ਇੱਕ ਸੀ ਹੈ ਕੰਪੈਰੀਜ਼ਨ ਕਰਨਾ। ਕੰਪੈਰੀਜ਼ਨ ਹੁੰਦਾ ਹੈ ਕਿਸੇ ਨਾਲ ਆਪਣੇ ਆਪ ਨੂੰ ਕੰਪੇਅਰ ਕਰਨਾ, ਉਸ ਦੀ ਰੀਸ ਕਰਨਾ। ਉਹ ਵੀ ਸਾਡੇ ਜੀਵਨ ਲਈ ਠੀਕ ਨਹੀਂ। ਦੂਸਰੀ ਕੰਪੀਟੀਸ਼ਨ ਹੈ। ਅੱਜ ਕੰਪੀਟੀਸ਼ਨ ਦੀ ਹੋੜ ਲੱਗੀ ਹੋਈ ਹੈ ਤਾਂ ਕੰਪੀਟੀਸ਼ਨ ਵੀ ਕਿਸੇ ਨੂੰ ਨਿਰਾਸ਼, ਉਦਾਸ ਔਰ ਕਿਸੇ ਨੂੰ ਉਮੰਗ ਦਿੰਦਾ ਹੈ। ਇਸ ਵਾਸਤੇ ਕੰਪੀਟੀਸ਼ਨ ਵੱਲ ਨਹੀਂ ਜਾਣਾ ਚਾਹੀਦਾ। ਆਪਣੀ ਐਫਰਟਸ ਜ਼ਿਆਦਾ ਕਰਨੀ ਚਾਹੀਦੀ ਹੈ। ਰੀਸ ਦੀ ਬਜਾਏ ਰੇਸ ਕਰਨੀ ਚਾਹੀਦੀ ਹੈ। ਔਰ ਤੀਸਰੀ ਚੀਜ਼ ਸੀ ਹੈ ਕ੍ਰਿਟਿਸਾਈਜ਼। ਕਿਸੇ ਨੂੰ ਕ੍ਰਿਟਿਸਾਈਜ਼ ਨਹੀਂ ਕਰਨਾ ਚਾਹੀਦਾ, ਕਿਉਂਕਿ ਕਿਸੇ ਨੂੰ ਵੀ ਹਰਟ ਕਰਾਂਗੇ ਤਾਂ ਉਸ ਦਾ ਇਫੈਕਟ ਸਾਡੇ ਉੱਤੇ ਹੀ ਹੋਏਗਾ। ਔਰ ਦੂਸਰੀ ਚੀਜ਼ ਹੈ ਕਿ ਕ੍ਰਿਟਿਸਿਜ਼ਮ ਤੋਂ ਅਗਰ ਕੋਈ ਸਾਨੂੰ ਕ੍ਰਿਟਿਸਾਈਜ਼ ਕਰਦਾ ਹੈ, ਉਸ ਤੋਂ ਅਸੀਂ ਬੈਨੀਫਿਟ ਲੈ ਸਕਦੇ ਹਾਂ। ਜ਼ਰੂਰ ਸੋਚਾਂਗੇ ਕਿ ਕੀ ਬੈਨੀਫਿਟ ਹੋਏਗਾ। ਉਸ ਦਾ ਬੈਨੀਫਿਟ ਇਹ ਹੈ ਕਿ ਉਹ ਸਾਨੂੰ ਕੁਛ ਸਾਡੀਆਂ ਕਮੀਆਂ ਦੀ, ਸਾਡੀ ਗਲਤੀਆਂ ਦਾ ਅਹਿਸਾਸ ਕਰਾਉਣਾ ਚਾਹੁੰਦਾ ਹੈ ਕਿ ਇਹ ਬਦਲ ਜਾਏ ਤਾਂ ਇਹਦੀ ਪਰਸਨੈਲਿਟੀ ਹੋਰ ਅੱਛੀ ਹੋ ਸਕਦੀ ਹੈ। ਪਰ ਅਸੀਂ ਉਸ ਨੂੰ ਕੁਝ ਨੈਗੇਟਿਵ ਰੂਪ ਵਿੱਚ ਲੈ ਲੈਂਦੇ ਹਾਂ। ਆਪਾਂ ਦੇਖੀਏ ਕਿ ਜਦੋਂ ਸਾਨੂੰ ਕੋਈ ਮਾਨਸਿਕ ਪ੍ਰੈਸ਼ਰ ਹੁੰਦਾ ਹੈ, ਐਂਗਜ਼ਾਇਟੀ ਵੱਧਦੀ ਹੈ, ਸਟ੍ਰੈਸ ਲੈਵਲ ਵੱਧਦਾ ਹੈ, ਤਾਂ ਅਸੀਂ ਮਨੋਰੋਗਾਂ ਦੇ ਮਾਹਰ ਦੇ ਪਾਸ ਜਾਂਦੇ ਹਾਂ। ਉਹ ਸਾਡੀ ਸਟੋਰੀ ਸੁਣ ਕਰਕੇ ਸਾਡੀ ਬਿਮਾਰੀ ਵੱਲ ਅਟੈਂਸ਼ਨ ਦਿੰਦਾ ਹੋਏ, ਸਾਡੀਆਂ ਕਮੀਆਂ ਨੂੰ ਪਿਆਰ ਨਾਲ ਸਾਨੂੰ ਅੱਗੇ ਰੱਖਦਾ ਹੈ ਕਿ ਜੇ ਅਸੀਂ ਇਹਨਾਂ ਕਮੀਆਂ ਨੂੰ ਦੂਰ ਕਰ ਲਵਾਂਗੇ ਤਾਂ ਕੁਝ ਮੈਡੀਸਨ ਐਡਵਾਈਸ ਕਰਦਾ ਹੈ ਤਾਂ ਸਾਡੇ ਜੀਵਨ ਵਿੱਚ ਪਰਿਵਰਤਨ ਆਉਣਾ ਸ਼ੁਰੂ ਹੋ ਜਾਂਦਾ ਹੈ। ਅਸੀਂ ਡਾਕਟਰ ਨੂੰ ਅੱਛੀ ਮੋਟੀ ਫੀਸ ਵੀ ਦਿੰਦੇ ਹਾਂ, ਪਰ ਕ੍ਰਿਟਿਸਾਈਜ਼ ਕਰਨ ਵਾਲਾ ਸਾਨੂੰ ਉਹੀ ਕਮੀਆਂ ਦੱਸਦਾ ਹੈ ਔਰ ਫੀਸ ਵੀ ਨਹੀਂ ਲੈਂਦਾ। ਜੇ ਅਸੀਂ ਉਸ ਨੂੰ ਪੋਜ਼ਿਟਿਵ ਰੂਪ 'ਚ ਲੈ ਲਈਏ, ਕੁਛ ਦੇਰ ਇਕਾਂਤ ਵਿੱਚ ਬੈਠ ਕਰਕੇ ਸੋਚੀਏ, ਤਾਂ ਇਹ ਸਾਡੇ ਵਾਸਤੇ ਬਹੁਤ ਬੈਨੀਫਿਟ ਹੋ ਸਕਦੀ ਹੈ। ਮੈਂ ਸਟ੍ਰੈਸ ਦੇ ਉੱਪਰ ਜ਼ਿਆਦਾ ਐਪੀਸੋਡ ਇਸ ਵਾਸਤੇ ਲੈ ਰਿਹਾ ਹਾਂ। ਪਹਿਲਾਂ ਜੋ ਸ਼ਬਦ ਤੁਸੀਂ ਸੁਣਿਆ ਹੈ
ਸ਼ਾਇਦ ਉਸ ਦੇ ਉੱਤੇ ਵਿਚਾਰ ਵੀ ਕੀਤਾ ਹੋਵੇਗਾ ਕਿ ਇਹ PNI ਕੀ ਹੈ। PNI ਇੱਕ ਮੈਡੀਕਲ ਦੀ ਬ੍ਰਾਂਚ ਹੈ। ਅੱਜ ਮੈਂ ਰਿਵਾਈਜ਼ ਇਸ ਵਾਸਤੇ ਕਰਦਾ ਹਾਂ ਕਿ ਮੈਂ ਇਸ ਨੂੰ ਖੋਲਾਂ ਕਿ ਬਿਮਾਰੀ ਦੇ 3 ਰੂਪ ਕਿਉਰੇਟਿਵ, ਪ੍ਰੀਵੈਂਸ਼ਨ ਐਂਡ ਪ੍ਰਮੋਸ਼ਨ, ਔਰ ਸਾਡੀ ਬਾਡੀ ਦੇ ਵੀ 3 ਰੂਪ ਹਨ। ਇੱਕ ਬਾਡੀ ਹਾਰਡਵੇਅਰ, ਇੱਕ ਸੌਫਟਵੇਅਰ ਮਾइंड, इमोशंस और एटीट्यूड्स। ये साडा सॉफ्टवेयर है। और नर्वस सिस्टम जिसके द्वारा सॉफ्टवेयर एक्शन करता है। कोई 40-50 वर्ष पहले पर मैडिकल साइंस में ये पता नहीं लग्या सी कि माइंड की रोल प्ले करता है। माइंड के अनेक टेक्निक हैं। विचार आए, कई बार कह भी देंगे सी कि नथिंग गुड और बैड, ओनली थिंकिंग मेक्स इट सो। कोई अच्छा बुरा विचार नहीं है, पर साड़ी सोच उसनूं बदल देंदी है। पर यह नहीं समझ आउंदा सी कि अच्छे विचार की है ते बुरे विचार की है। हुण उन्हां विचारां नूं कैटागराइज किया गया है। 10 किस्म के विचार हैं, जिन्हां विचों कुछ विचारां दी तो मैं रोशनी पाई सी। ये जिहड़ी इम्यूनिटी है, इम्यून सिस्टम है, ये साडी बॉडी का भी स्ट्रोंग होना चाहिए है, और साडी कॉन्शियस तो जो दूसरा एस्पेक्ट है, कॉन्शियस और बॉडी और नर्वस सिस्टम, और नर्वस सिस्टम की भी इम्यूनिटी स्ट्रोंग होनी चाहिए। और ये तीनों चीज़ों के उत्ते अटेंशन देने की, ध्यान देने की लोड़ है। आप समझ रहे हैं कि साढ़े शरीर की इम्यूनिटी भी घट रही है, और दूसरी जो है साड़ी कॉन्शियस की इम्यूनिटी भी घट रही है। मन की इम्यूनिटी घट रही, मनोबल घट रही। और तीसरी चीज नर्वस सिस्टम भी इम्यूनिटी भी घट रही है। इस वास्ते PNI ने रिसर्च की, इस ब्रांच ने रिसर्च की, एक तिन्ना नूं लोड़ है, तो तिन्ना दे उत्ते तिन्ना दी जानकारी भी सानू बहुत जरूरी है। शरीर की जानकारी तो साढ़े पास है, एक एक अंग की जानकारी भी है, बॉडी के सिस्टमां की जानकारी भी है, और दूसरी चीज़ कॉन्शियस की जानकारी सानू पढ़ाई नहीं जाती। मैडिकल साइंस दे विच या किसी भी प्रोफैशन दे विच कॉन्शियस के उत्ते अटेंशन नहीं दी गई, परंतु ये बहुत इंपॉर्टेंट, क्योंकि जो रूट काज सी वो मन सी। मन की शक्ति कम हुई और उस दे नाल तनाव आना शुरू होया। एक गल बहुत जरूरी है जो मैं पहले भी दस चुकिया हाँ, 40 तो 50 ट्रिलियन बॉडी के सैल हैं, और एक एक सैल दे विच क्वांटम साइंस नूं जदों तक के लेवल आई, क्वांटम फिजिक्स जो है उसका अर्थ ये है कि वो एक वाइब्रेशन के रूप में है। वो एक एक सैल दे विच ट्रिलियन वाइब्रेशन हैं, और वो वाइब्रेशन इस संसार दे विच रमन करदियां हन, एटम भी रमन करते हैं। तो जे असीं उन्हां दे उत्ते अटेंशन देवांगे तो साडी चेतना की इम्यूनिटी भी वधेगी, क्योंकि मनोबल वधेगा और
ਸਾਡੀ ਮੈਮਰੀ ਪਾਵਰ ਸਟਰੋਂਗ ਹੋ ਗਈ, और मेमोरी पावर स्ट्रॉन्ग सबकॉन्शियस और सुपराकॉन्शियस। अगर सुपराकॉन्शियस ਨੂੰ ਅਸੀਂ ਅੱਛੇ ਵਿਚਾਰ ਦਿੰਦੇ ਹਾਂ, ਉਹ ਵਿਚਾਰ ਸੁਪਰਾਕੌਂਸ਼ੀਅਸ ਦੇ ਵਿੱਚ ਜਾਂਦੇ ਹਨ। ਸਾਧਨਾ ਕਰਨ ਵਾਲੇ ਲੋਕ ਜਾਣਦੇ ਹਨ ਕਿ ਅਗਰ ਉਹਨਾਂ ਦੀ ਸੁਪਰਾਕੌਂਸ਼ੀਅਸ ਬਹੁਤ ਸਟਰੋਂਗ ਹੋ ਜਾਂਦੀ ਹੈ ਤਾਂ ਐਕਸ਼ਨ ਸੁਪਰਾਕੌਂਸ਼ੀਅਸ ਤੋਂ ਸ਼ੁਰੂ ਹੁੰਦਾ ਹੈ। ਸੁਪਰਾਕੌਂਸ਼ੀਅਸ ਐਂਜਲ ਹੈ, ਇੱਕ ਫਰਿਸ਼ਤਾ ਹੈ ਜੋ ਸਾਡੇ ਜੀਵਨ ਨੂੰ ਸੁਖੀ ਰੱਖ ਸਕਦਾ ਹੈ। ਇਸ ਵਾਸਤੇ ਇਹਨਾਂ ਚੀਜ਼ਾਂ ਨੂੰ ਸਾਹਮਣੇ ਰੱਖਦੇ ਹੋਏ ਅਸੀਂ ਵਿਚਾਰਾਂ ਦੇ ਉੱਤੇ ਵਿਚਾਰ ਕੀਤਾ, ਪਰ ਵਿਚਾਰਾਂ ਦੇ ਨਾਲ ਜੁੜੀਆਂ ਹੋਈਆਂ ਗੱਲਾਂ, ਦੋ ਕਿਸਮ ਦੇ ਵਿਚਾਰ ਤਾਂ ਮੈਂ ਇਹ ਦੱਸੇ ਕਿ ਟੌਕਸਿਕ ਵਿਚਾਰ ਜਿਹੜੇ ਜ਼ਹਿਰੀਲੇ ਹਨ, ਉਹਦੇ ਨਾਲ ਸਾਡੀ तनाव बढ़ता और साथ साथ इम्यूनिटी कमज़ोर होती। और दूसरी चीज़ ये है कि साढ़े अंदर इरीटेशन, गुस्सा, ईर्षा, देश, आपस विच ही तनाव। और उस तो 2 नंबर के उत्ते जिहड़े विचार हैं वो डिग्रेडेड थॉट, वो इस तरह के विचार हैं ਜਿਹੜੇ ਕਿ ਟੌਕਸਿਕ ਵਿਚਾਰਾਂ ਨਾਲੋਂ ਵੀ ਅਧਿਕ ਗੰਭੀਰ ਹਨ। ਕਿਸੇ ਨੇ ਸਾਨੂੰ ਕੋਈ ਇਸ ਤਰ੍ਹਾਂ ਦੀ ਗੱਲ ਕੀਤੀ ਜੋ ਸਾਨੂੰ ਹਰਟ ਕਰ ਗਈ, ਉਹ ਗੱਲ ਨੂੰ ਅਸੀਂ ਭੁੱਲਦੇ ਨਹੀਂ, ਬਦਲਾ ਲੈਣ ਦੀ ਭਾਵਨਾ ਰੱਖਦੇ, ਉਹ ਸਾਨੂੰ ਵਰਸ਼ਾਂ ਤੱਕ ਵੀ ਯਾਦ ਰਹਿੰਦੀ ਹੈ ਔਰ ਸਾਡੇ ਜੀਵਨ ਨਾਲ ਜੁੜੀ ਰਹਿੰਦੀ ਹੈ। ਇਸ ਵਾਸਤੇ ਡੀਗ੍ਰੇਡਡ ਵਿਚਾਰਾਂ ਨੂੰ ਜਿੰਨੀ ਜਲਦੀ ਕੰਟਰੋਲ ਕਰੀਏ ਉਨੀ ਜਲਦੀ ਸਾਨੂੰ ਰਿਲੀਫ ਮਿਲ ਜਾਂਦਾ ਹੈ। ਤਾਂ ਯਾਦ ਰੱਖੋ ਕਿ ਤੀਸਰੀ ਕਿਸਮ ਦੇ ਵਿਚਾਰ ਹਨ, ਉਹ ਵਿਚਾਰ ਹਨ ਵੇਸਟ ਥਾਟਸ। ਉਹ ਵੇਸਟ ਥਾਟ ਤੱਕ ਆਪਾਂ ਜਾਣਦੇ ਆ ਕਿ ਆਪਣੇ ਮਤਲਬ ਦੇ ਨਹੀਂ ਹੁੰਦੇ, ਪਰ ਅਸੀਂ ਕਿਸੇ ਦੇ ਉੱਤੇ ਚਰਚਾ ਕਰਦੇ ਹਾਂ, ਕਿਸੇ ਦੇ ਬਾਰੇ ਨਿੰਦਾ ਚੁਗਲੀ ਕਰਦੇ ਹਾਂ, ਤਾਂ ਇਸ ਵਾਸਤੇ ਉਹ ਵਿਚਾਰ ਵੀ ਸਾਡੇ ਵਿਚਾਰਾਂ ਨੂੰ ਸ਼ਕਤੀ ਨਹੀਂ ਦਿੰਦੇ। ਇਸ ਤਰ੍ਹਾਂ ਹੀ ਇਹ ਚੀਜ਼ ਹੈ ਕਿ ਚੌਥੇ ਵਿੱਚ ਆ ਜਾਂਦੇ ਹਨ ਨੈਗੇਟਿਵ ਥਾਟਸ। ਔਰ ਨੈਗੇਟਿਵ ਥਾਟਸ ਵੀ ਸਾਡੇ ਅੰਦਰ ਕੈਮੀਕਲਸ ਪੈਦਾ ਕਰਦੇ ਹਨ। ਪਹਿਲਾਂ ਇਹ ਸੋਚਿਆ ਨਹੀਂ ਗਿਆ ਸੀਗਾ, ਮੈਡੀਕਲ ਸਾਇੰਸ ਵਿੱਚ ਨਹੀਂ ਆਇਆ ਸੀ ਕਿ ਮਨ ਕਿਸ ਤਰੀਕੇ ਨਾਲ ਸਰੀਰ ਦੇ ਉੱਤੇ ਅਸਰ ਕਰਦਾ ਹੈ, ਪਰ ਇਹ ਸਾਨੂੰ ਜਾਣ ਲੈਣਾ ਚਾਹੀਦਾ ਹੈ, ਅੱਛੀ ਤਰ੍ਹਾਂ ਸਮਝ ਲੈਣਾ ਚਾਹੀਦਾ ਹੈ ਕਿ ਬਿਲਕੁਲ ਕੌਨਸ਼ੀਅਸ ਜੋ ਸਾਡੇ ਬ੍ਰੇਨ ਦੇ ਅੰਦਰ ਹੈ, ਮਸਤਕ ਦੇ ਵਿੱਚ ਟੀਕਾ ਲਗਾਇਆ ਜਾਂਦਾ ਹੈ, ਟੀਕਾ ਮਾਨਾ ਟਿੱਕਾ, ਉਹ ਇੱਕ ਸੂਖਸ਼ਮ ਸਿਤਾਰੇ ਦੀ ਤਰ੍ਹਾਂ ਹੈ ਔਰ ਉਸ ਦੇ ਅੰਦਰ ਵਿਚਾਰ ਸ਼ਕਤੀ ਹੈ। ਉਹ ਵਿਚਾਰ ਸਾਡੇ ਇੱਕ ਗ੍ਰੰਥੀ ਜਿਹਨੂੰ ਹਾਈਪੋਥੈਲੇਮਸ ਕਹਿੰਦੇ ਹਾਂ, ਔਰ ਉਹਦੇ ਨਾਲ ਜੁੜੇ ਹੋਈਆਂ ਅਨੇਕ ਗ੍ਰੰਥੀਆਂ ਹਨ। ਉਹਨਾਂ ਗ੍ਰੰਥੀਆਂ ਨੂੰ ਅਸੀਂ ਕਹਿੰਦੇ ਹਾਂ ਕਿ ਪਿਚੋਟਰੀ ਮਾਸਟਰ ਗ੍ਰੰਥੀ ਹੈ ਔਰ ਸਾਰੀਆਂ ਗ੍ਰੰਥੀਆਂ ਨੂੰ ਕੰਟਰੋਲ ਕਰਦੀ ਹੈ। ਅਗਰ ਇਹ ਗ੍ਰੰਥੀ ਵਿੱਚ ਚੇਂਜ ਆਉਂਦੀ ਹੈ, परिवर्तन होता है, तनाव आता है, मानसिक तनाव, तो सारिया ग्रंथियां दे हारमोनल सिस्टम परिवर्तन होंदे हन ते उन्हां दे नाल साडे पूरे बॉडी दे विच वो तनाव चला जाता है, वो बीमारियां नूं फिर जन्म दिंदा है। इस दे नाल अज दा एपीसोड पूरे करते हाँ, अगला फिर सत श्री अकाल।